ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਮੈਂ ਸੁਖਵੀਰ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਗੱਲਬਾਤ ਕਰਾਂਗੇ ਪੰਜਾਬ ਦੀਆਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ ਤੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ ਜੁੜ ਚੁੱਕੇ ਨੇ। ਸਰ ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵੀਰ ਜੀ। ਜੀ ਸਰ, ਭ੍ਰਿਸ਼ਟਾਚਾਰ ਦਾ ਮੁੱਦਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਪਹਿਲਾਂ ਕਾਂਗਰਸੀ ਮੰਤਰੀ ਉਹਨਾਂ ਦੇ ਨਿਸ਼ਾਨੇ ਦੇ ਉੱਪਰ ਨੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਦੋਨੋਂ ਮੁੱਖ ਮੰਤਰੀ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਸਰਕਾਰ ਦੀ ਰਡਾਰ ਦੇ ਉੱਪਰ ਨੇ। ਉਹਨਾਂ ਦੇ ਵੱਲੋਂ ਕਥਿਤ ਤੌਰ ਦੇ ਉੱਪਰ ਜਿਹੜੇ ਘੁਟਾਲੇ ਕੀਤੇ ਗਏ ਨੇ ਉਸ ਦੀ ਜਾਂਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਣੀ ਹੈ। ਦੇਖੋ, ਜਿਹੜੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਆ, ਇਹ ਜਿੱਦਾਂ ਦਾਅਵਾ ਕਰ ਰਹੀ ਸੀ ਕਿ ਜ਼ੀਰੋ ਟੋਲਰੈਂਸ ਹੈਗੀ ਆ ਭ੍ਰਿਸ਼ਟਾਚਾਰ ਦੇ ਅਗੇਂਸਟ, ਉਹਦੇ ਤੇ ਕੰਮ ਕਰਦੀ ਫਿਲਹਾਲ ਜਿਹੜਾ ਹੈਗਾ, ਕਿਉਂਕਿ ਸ਼ੁਰੂਆਤ ਤਾਂ ਇੱਥੋਂ ਹੀ ਹੁੰਦੀ ਹੈ ਨਾ ਹਰ ਇੱਕ ਚੀਜ਼ ਦੀ ਕਿ ਪਹਿਲਾਂ ਜਾਂਚਿਆ ਜਾਵੇ ਮਾਮਲਾ ਕੀ ਹੈ, ਉਹਦੇ ਤੇ ਕੀ ਭ੍ਰਿਸ਼ਟਾਚਾਰ ਹੋਇਆ, ਉਹਦੇ ਅਗੇਂਸਟ ਕੀ ਸਬੂਤ ਨੇ, ਉਹ ਸਾਰੇ ਇਕੱਠੇ ਕਰਨੇ, ਫਿਰ ਜਾਂਚ ਕਰਾਉਣੀ, ਫਿਰ ਕਿਸੇ ਨਤੀਜੇ ਤੇ ਪਹੁੰਚਣਾ। ਤੇ ਉਹ ਚੀਜ਼ ਜਿਹੜੀ ਹੈਗੀ ਫਿਲਹਾਲ ਲੱਗਦਾ ਕਿ ਕਿਤੇ ਨਾ ਕਿਤੇ ਕੁਛ ਪਰਸੈਂਟ ਆਪਾਂ ਕਹਿ ਲਓ ਕਿ ਸੁਹਿਰਦਤਾ ਦਿਖਾਈ ਜਾ ਰਹੀ ਹੈ, ਗੰਭੀਰਤਾ ਦਿਖਾਈ ਜਾ ਰਹੀ ਹੈ। ਇਹੀ ਨਹੀਂ ਕਿ ਵਰਤਮਾਨ ਦੇ ਸਮੇਂ ਦੇ ਵਿੱਚ ਜੋ ਮੌਜੂਦਾ ਸਰਕਾਰ ਵੇਲੇ ਘਪਲੇਬਾਜ਼ੀ ਹੋ ਰਹੀ ਹੈ ਜਾਂ ਭ੍ਰਿਸ਼ਟਾਚਾਰ ਹੋ ਰਿਹਾ ਉਹਦੇ ਤੇ ਹੀ ਕੰਮ ਹੋ ਰਿਹਾ ਕਿ ਉਹਨੂੰ ਨੱਥ ਪਾਈ ਜਾਵੇ ਕਿਸੇ ਤਰ੍ਹਾਂ। ਪਰ ਇਹ ਵੀ ਹੈਗਾ ਕਿ ਜਿਹੜੀ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਕੀ ਕੁਛ ਕੀਤਾ ਤੇ ਕਿਹੜੇ ਕਿਹੜੇ ਘਪਲੇ ਹੋਏ, ਕਿੱਦਾਂ ਪੰਜਾਬ ਦਾ ਪੈਸਾ ਲੁੱਟਿਆ ਗਿਆ, ਉਹ ਬਹੁਤ ਜ਼ਰੂਰੀ ਹੈ ਸਾਹਮਣੇ ਆਉਣਾ। ਤੇ ਉਹਦੇ ਤੇ ਭਗਵੰਤ ਸਿੰਘ ਮਾਨ ਹੋਰੀ ਜਿਹੜਾ ਕਹਿ ਰਹੇ ਨੇ ਕਿ ਅਸੀਂ ਜ਼ੀਰੋ ਟੋਲਰੈਂਸ ਹੈ, ਉਹ ਚਾਹੇ ਸਾਡਾ ਕੋਈ ਆਪਣਾ ਬੰਦਾ, ਚਾਹੇ ਕੋਈ ਕਾਂਗਰਸ ਦਾ, ਚਾਹੇ ਅਕਾਲੀਆਂ ਦਾ, ਬਿਲਕੁਲ ਲੋੜ ਹੈਗੀ ਆ ਵੱਡੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ। ਲੋਕਾਂ ਦੇ ਵਿੱਚ ਵੀ ਆਹੀ ਗੱਲ ਸੀ ਕਿ ਜਿਹੜੀਆਂ ਛੋਟੀਆਂ ਮੱਛੀਆਂ ਫੜ ਲਈਆਂ ਜਾਂਦੀਆਂ ਨੇ ਤੇ ਵੱਡਿਆਂ ਨੂੰ ਹੱਥ ਨਹੀਂ ਪਾ ਰਹੇ। ਛੋਟੇ ਜਿਹੜੇ ਘਪਲੇ ਨੇ ਜਾਂ ਛੋਟੀਆਂ ਰਿਸ਼ਵਤਾਂ ਨੇ, ਛੋਟੇ ਛੋਟੇ ਮੁਲਾਜ਼ਮ ਨੇ ਜਾਂ ਕਰਮਚਾਰੀ ਨੇ, ਉਹਨਾਂ ਨੂੰ ਫੜ ਕੇ ਸਸਪੈਂਡ ਕਰ ਦਿਆ ਜਾਂਦਾ ਜਾਂ ਅੰਦਰ ਕਰ ਦਿਆ ਜਾਂਦਾ। ਪਰ ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਇਆ ਖਾਇਆ, ਜਿਹੜੇ ਲਗਾਤਾਰ ਪੰਜਾਬ ਨੂੰ ਲੁੱਟਦੇ ਰਹੇ ਆ, ਉਹਨਾਂ ਦੇ ਉੱਤੇ ਉਹਨਾਂ ਨੂੰ ਕੋਈ ਹੱਥ ਪਾਉਣ ਵਾਲਾ ਨਹੀਂ ਹੈਗਾ। ਇਹ ਗੱਲ ਬੜੀ ਵੱਡੀ ਹੈ। ਜੇ ਭਗਵੰਤ ਸਿੰਘ ਮਾਨ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਫੈਸਲਾ ਲਿਆ, ਇਹ ਗੱਲ ਆਪਾਂ ਕਲੀਅਰ ਵੀ ਕਰ ਦਈਏ ਕਿ ਪੰਜਾਬ ਦੇ ਦੋਵੇਂ ਸਾਬਕਾ ਮੁੱਖ ਮੰਤਰੀ ਨੇ ਜਿਹੜੇ ਕਾਂਗਰਸ ਦੇ, ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਸਿੰਘ ਚੰਨੀ, ਇਹ ਉਹਨਾਂ ਦੇ ਨਿਸ਼ਾਨੇ ਤੇ ਨੇ। ਹੁਣ ਉਹ ਮਾਮਲਾ ਇਹ ਹੈ ਕਿ ਇੱਕ ਤਾਂ ਜਿਹੜਾ ਪਰਾਲੀ ਦੀ ਰਹਿੰਦ ਖੂੰਹਦ ਹੈ, ਜਿਹੜੀ ਖੇਤਾਂ ਦੇ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਆਪਾਂ ਕਹਿ ਲਓ ਕਿ ਕਿਸੇ ਢੰਗ ਨਾਲ, ਤਰੀਕੇ ਨਾਲ ਪਾਸੇ ਕਰਨ ਲਈ, ਜਿਵੇਂ ਪਹਿਲਾਂ ਅੱਗ ਲਾ ਦੀ ਜਾਂਦੀ ਸੀ, ਕਿਹਾ ਜਾਂਦਾ ਸੀ ਕਿ ਅੱਗ ਲਾ ਦੀ ਹੈ, ਉਹਦੇ ਨਾਲ ਉਪਜਾਊਪਣ ਖਤਮ ਹੁੰਦਾ ਹੈ, ਬਹੁਤ ਸਾਰੇ ਜੀਵ ਜੰਤੂ ਵੀ ਖਤਮ ਹੁੰਦੇ ਨੇ। ਪਰ ਕਿਸਾਨਾਂ ਕੋਲ ਬਦਲ ਵੀ ਕੋਈ ਨਹੀਂ ਸੀਗਾ ਤੇ ਕਿਹਾ ਜਾਂਦਾ ਸੀ ਕਿ ਦਿੱਲੀ ਜਾ ਰਿਹਾ ਜੀ ਧੂੰਆਂ, ਇਹਦਾ ਦਿੱਲੀ ਪ੍ਰਦੂਸ਼ਣ ਫੈਲ ਰਿਹਾ, ਪੰਜਾਬ ਤੋਂ ਧੂੰਆਂ ਜਾਈ ਜਾਂਦਾ ਦਿੱਲੀ, ਕਿਸਾਨਾਂ ਨੂੰ ਬਦਨਾਮ ਕਰਦਾ ਜਾਂਦਾ ਸੀਗਾ। ਤਾਂ ਉਹ ਜਿਹੜੀ ਰਹਿੰਦ ਖੂੰਹਦ ਸੀ ਉਹਨੂੰ ਟਿਕਾਣੇ ਲਾਉਣ ਦੇ ਲਈ, ਫਸਲ ਦੀ ਰਹਿੰਦ ਖੂੰਹਦ ਨੂੰ ਟਿਕਾਣੇ ਲਾਉਣ ਦੇ ਲਈ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਹੋਇਆ ਸੀਗਾ ਵੱਡੀਆਂ ਮਸ਼ੀਨਾਂ ਦੀ ਖਰੀਦ ਦੇ ਲਈ। ਤੇ ਉਹ ਚੀਜ਼ ਸੀਗੀ ਕਿ ਉਹ ਖਰੀਦ ਕੇ ਮਸ਼ੀਨਾਂ ਉਹਨਾਂ ਨੂੰ ਅੱਗੇ ਡਿਸਟਰੀਬਿਊਟ ਕੀਤਾ ਜਾਣਾ ਸੀ, ਵੰਡਿਆ ਜਾਣਾ ਸੀਗਾ। ਤਾਂ ਉਹਦੇ ਵਿੱਚ 12,000 ਕਰੋੜ ਰੁਪਇਆ ਤਕਰੀਬਨ ਕਿਹਾ ਜਾ ਰਿਹਾ ਕਿ ਉਹ ਆਇਆ ਸੀਗਾ। ਉਹ ਮਸ਼ੀਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਕਿੱਥੇ ਉਹ ਮਸ਼ੀਨਾਂ ਨੇ, ਕਿਹਨਾਂ ਨੂੰ ਵੰਡੀਆਂ ਗਈਆਂ, ਕਿੱਥੇ ਦਿੱਤੀਆਂ ਗਈਆਂ, ਕਿੱਥੇ ਕੰਮ ਕਰ ਰਹੀਆਂ ਨੇ, ਹੈ ਵੀ ਨੇ, ਵੰਡੀਆਂ ਗਈਆਂ ਨੇ ਜਾਂ ਨਹੀਂ ਵੰਡੀਆਂ ਗਈਆਂ। ਕਦੇ ਕਈ ਮਸ਼ੀਨਾਂ ਤਾਂ ਗਾਇਬ ਹੀ ਨੇ, ਕਾਗਜ਼ਾਂ 'ਚ ਤਾਂ ਸਾਰੀ ਕਾਰਵਾਈ ਪੂਰੀ ਹੋਈ ਹੈ, ਪਰ ਉਹ ਮਸ਼ੀਨਾਂ ਨਹੀਂ ਮਿਲ ਰਹੀਆਂ ਬਹੁਤ ਸਾਰੀਆਂ। ਸੋ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਆਹ ਜਿਹੜੀ ਚੀਜ਼ ਹੋਈ ਸੀਗੀ, ਉਹ ਘਪਲੇ ਦੇ ਤੌਰ ਤੇ ਸਾਹਮਣੇ ਆ ਰਿਹਾ ਮਾਮਲਾ। ਕਥਿਤ ਤੌਰ ਤੇ ਆਪਾਂ ਕਹਿ ਸਕਦੇ ਹਾਂ, ਹਾਲੇ ਪੁਸ਼ਟੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਜਾਂਚ ਦੇ ਨਾਲ, ਸਬੂਤਾਂ ਦੇ ਨਾਲ ਕੋਈ ਚੀਜ਼ ਅੱਗੇ ਨਹੀਂ ਆਉਂਦੀ, ਉਦੋਂ ਤੱਕ ਕਿਸੇ ਨੂੰ ਦੋਸ਼ੀ ਕਹਿਣਾ ਵਾਜਬ ਨਹੀਂ। ਜਦੋਂ ਤੱਕ ਪੁਸ਼ਟੀ ਨਹੀਂ ਹੋ ਜਾਂਦੀ ਕਿ ਬਈ ਸੱਚੀ ਮੁੱਚੀ ਘਪਲਾ ਹੋਇਆ, ਉਹਦੇ ਸਬੂਤ ਮਿਲ ਗਏ ਹੈ ਜਾਂਚ ਹੋ ਕੇ, ਤਾਂ ਉਦੋਂ ਤੱਕ ਕਿਸੇ ਨੂੰ ਦੋਸ਼ੀ ਕਹਿਣਾ ਵਾਜਬ ਨਹੀਂ ਹੁੰਦਾ। ਸੋ ਗੱਲ ਇਹ ਹੈ ਕਿ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਮੇਰੇ ਖਿਆਲ ਨਾਲ ਪੰਜਾਬ ਦੇ ਲੋਕਾਂ ਲਈ ਮੇਰੇ ਖਿਆਲ ਬਹੁਤ ਵਧੀਆ ਚੀਜ਼ ਹੋਏਗੀ ਇਹ ਕਿ ਕਿਤੇ ਨਾ ਕਿਤੇ ਜਾ ਕੇ ਕੋਈ ਆਸ ਵੱਧਦੀ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਕੌਣ ਕੀ ਕਰ ਦੇਵੇ,
ਪੋਲੀਟਿਕਸ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ, ਜਦੋਂ ਕੋਈ ਸੁਹਿਰਦਤਾ ਨਾਲ ਕੰਮ ਕਰਦਾ ਨਾ ਤਾਂ ਪੋਲੀਟਿਕਸ ਦੇ ਵਿੱਚ ਕਈ ਵਾਰ ਐ ਕਿ ਬਦਲਾਅ ਆ ਜਾਂਦੇ ਨੇ, ਸੱਚੀ ਮੁੱਚੀ ਬਦਲਾਅ ਆ ਜਾਂਦੇ ਨੇ। ਸੋ ਚਰਨਜੀਤ ਸਿੰਘ ਚੰਨੀ ਹੈ, ਸਾਬਕਾ ਮੁੱਖ ਮੰਤਰੀ ਹੈ, ਉਹਨਾਂ ਦੇ ਖਿਲਾਫ ਵੀ ਕਹਿੰਦੇ ਉਹਨਾਂ ਨੇ ਜਦੋਂ ਚੋਣਾਂ ਸੀਗੀਆਂ ਧੜਾ ਧੜ ਗ੍ਰਾਂਟਾਂ ਵੰਡੀਆਂ ਨੇ, ਉਹ ਵੀ ਸ਼ੱਕ ਦੇ ਘੇਰੇ 'ਚ ਲਿਆ ਜਾ ਰਿਹਾ ਸਰਕਾਰ ਵੱਲੋਂ, ਤੇ ਉਹਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਕਿਤੇ ਨਾ ਕਿਤੇ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਘਪਲਿਆਂ ਦੀ ਇਹਦੇ 'ਚ ਬੋ ਆਉਂਦੀ ਹੈ। ਹੁਣ ਰਡਾਰ ਤੇ ਨੇ ਦੋਨੋਂ ਮੁੱਖ ਮੰਤਰੀ ਸਾਬਕਾ, ਦੇਖੋ ਹੱਥ ਪਾਉਣਾ ਬੜਾ ਔਖਾ ਹੈ, ਪਰ ਜੇ ਪੈ ਜਾਂਦਾ ਤੇ ਜੇ ਘਪਲੇ ਸੱਚੀ ਮੁੱਚੀ ਨਿਕਲੇ ਆਉਂਦੇ ਆ ਤਾਂ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਰਹੂਗੀ ਇਹ ਚੀਜ਼। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣਨ ਵੇਲੇ ਇੱਕ ਆਪਾਂ ਕਹਿ ਲਓ ਕਿ ਉਹ ਕੀਤਾ ਸੀਗਾ ਲੋਕਾਂ ਨਾਲ ਵਾਅਦਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਊਗੀ, ਸਿਸਟਮ ਹੋਏਗਾ, ਉਹਦੇ 'ਚ ਉਹ ਵੀ ਕਿਤੇ ਨਾ ਕਿਤੇ ਪੂਰਾ ਹੁੰਦਾ ਜਿਹੜਾ ਹੈਗਾ ਉਹ ਦਿਖਾਈ ਦਊਗਾ ਜੀ। ਪਰਮਿੰਦਰ ਜੀ, ਕੈਨੇਡਾ ਦੇ ਵਿੱਚ ਇੱਕ ਸਿੱਖ ਆਗੂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਬਾਈਕ ਸਵਾਰ ਆਈ ਸੀ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤਾਬੜਤੋੜ, ਤੇ ਮੌਕੇ 'ਤੇ ਉਹਨਾਂ ਨੇ ਦਮ ਤੋੜ ਦਿੱਤਾ। ਕੀ ਉਹ ਪੂਰਾ ਮਾਮਲਾ? ਦੇਖੋ ਰਿਪੁਦਮਨ ਸਿੰਘ ਮਲਿਕ ਕਾਫੀ ਚਰਚਿਤ ਨਾਮ ਹੈਗਾ, ਕੋਈ ਮੇਰੇ ਖਿਆਲ ਹੈ ਇਹਦੇ ਵਿੱਚ ਦੋ ਰਾਮਾਂ ਨਹੀਂ ਕਿ ਇਸ ਨੂੰ ਬੰਦੇ ਨੂੰ ਕੋਈ ਜਾਣਦਾ ਨਹੀਂ, ਜਾਣਦੇ ਆ ਸਾਰੇ ਜਾਣਦੇ ਆ। ਇੱਕ ਐ ਕਹਿ ਲਓ ਕਿ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਭਾਈਚਾਰੇ ਦੇ ਵਿੱਚ ਰੋਸ ਵੀ ਹੈਗਾ, ਸੋਗ ਵੀ ਮਨਾਇਆ ਜਾ ਰਿਹਾ ਇਸ ਮੌਤ ਨਾਲ। ਕਾਫੀ ਕੁਛ ਇੱਦਾਂ ਕਹਿ ਸਕਦੇ ਆਪਾਂ ਕਿ ਸਵਾਲ ਵੀ ਖੜੇ ਹੋ ਰਹੇ ਨੇ। ਸਵਾਲ ਇਹ ਖੜੇ ਹੋ ਰਹੇ ਨੇ ਕਿ ਜਿਹੜਾ ਕੁਛ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਹੋ ਰਿਹਾ ਜਾਂ ਭਾਰਤ ਦੇ ਵਿੱਚ ਹੋ ਰਿਹਾ, ਇੱਕ ਕਹਿ ਲਓ ਕਿ ਲਾ ਐਂਡ ਆਰਡਰ ਦੀ ਸਥਿਤੀ ਦਾ ਨਾਂ ਦਿਆ ਜਾਂਦਾ ਇਹਨੂੰ, ਰਾਜਨੀਤਿਕ ਲੋਕ ਦੇ ਦਿੰਦੇ ਨੇ, ਲੇਕਿਨ ਹੈ ਤਾਂ ਗੁੰਡਾਗਰਦੀ ਹੈ। ਸ਼ਰੇਆਮ ਕਿਸੇ ਦੇ ਘਰ 'ਚ ਵੜ ਕੇ ਕੋਈ ਗੋਲੀਆਂ ਮਾਰ ਦਿੰਦਾ, ਕੋਈ ਲੁੱਟ ਖੋਹ ਕਰਕੇ ਚਲਾ ਜਾਂਦਾ, ਕੋਈ ਬਾਜ਼ਾਰਾਂ 'ਚ ਗੋਲੀਆਂ ਮਾਰ ਦਿੰਦਾ, ਕੋਈ ਕਤਲ ਕਰ ਦਿੰਦਾ, ਕੋਈ ਚਾਕੂ ਮਾਰ ਦਿੰਦਾ, ਕੋਈ ਲੁੱਟ ਖੋਹ ਕਰ ਦਿੰਦਾ, ਕੋਈ ਬੈਂਕ ਲੁੱਟ ਜਾਂਦਾ। ਉਹੀ ਚੀਜ਼ਾਂ ਜਿਹੜੀਆਂ ਹੁਣ ਕੈਨੇਡਾ ਦੀ ਧਰਤੀ ਤੇ ਹੋ ਰਹੀਆਂ ਨੇ, ਇਹਦੇ ਪਿੱਛੇ ਕਾਰਨ ਕੀ ਨੇ ਹਾਲੇ ਜਾਂਚ ਕਰ ਰਹੀ ਹੈ ਪੁਲਿਸ। ਸਰੀ ਦੇ ਵਿੱਚ ਵਾਪਰੀ ਹੈ ਘਟਨਾ, ਤੇ ਸ਼ਰੇਆਮ ਦੋ ਬੰਦੇ ਆਏ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀਗੇ ਤੇ ਬਾਈਕ ਸਵਾਰ ਕਿਹਾ ਜਾ ਰਿਹਾ ਕਿ ਉਹ ਗੋਲੀਆਂ ਮਾਰ ਕੇ ਉਹ ਗੱਡੀ 'ਚ ਉਤਰ ਰਹੇ ਸੀਗੇ ਤੇ ਗੋਲੀਆਂ ਮਾਰ ਕੇ ਉਹ ਚਲੇ ਗਏ। 1985 ਦੇ ਵਿੱਚ ਜਿਹੜਾ ਇੰਡੀਅਨ 에ਅਰਲਾਈਨਸ ਦਾ ਬੰਬ ਕਾਂਡ ਸੀ, ਉਹਦੇ ਵਿੱਚ ਇਹਨਾਂ ਦਾ ਨਾਮ ਰਿਪੁਦਮਨ ਸਿੰਘ ਮਲਿਕ ਦਾ ਨਾਮ ਆਇਆ ਸੀਗਾ। 2005 ਦੇ ਵਿੱਚ ਇਹ ਬਰੀ ਹੋ ਗਏ ਸੀਗੇ। ਉਹ ਤੋਂ ਬਾਅਦ ਭਾਰਤ ਸਰਕਾਰ ਦੀ ਕਈ ਮਾਮਲਿਆਂ ਦੇ ਵਿੱਚ ਇਹਨੇ ਸ਼ਲਾਘਾ ਵੀ ਕੀਤੀ ਮੋਦੀ ਸਰਕਾਰ ਦੀ। ਰਿਪੁਦਮਨ ਸਿੰਘ ਨੇ ਕਿਹਾ ਜਾ ਰਿਹਾ ਕਿ ਕੋਈ ਸਾਜ਼ਿਸ਼ ਹੈ ਜਾਂ ਕੋਈ ਕਹਿ ਸਕਦੇ ਕਿ ਇਸ ਤਰ੍ਹਾਂ ਦੀ ਕੋਈ ਇਹਦੇ ਵਿੱਚ ਗੱਲ ਆ ਰਹੀ ਹੈ ਕਿ ਜਿਹਦੇ ਵਿੱਚ ਪੱਖਪਾਤ ਹੁੰਦਾ, ਕੋਈ ਕਿਸੇ ਧਿਰ ਦਾ ਜੇ ਕੋਈ ਪੱਖ ਲੈਂਦਾ ਤਾਂ ਦੂਜੀ ਧਿਰ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਕਾਂਡ ਕਰਵਾ ਦਿੰਦੀ ਹੈ। ਸੋ ਗੱਲ ਤਾਂ ਇਹ ਹੈ ਕਿ ਹੁਣ ਜਾਂਚ ਹੋਊਗੀ। ਇਹ ਇੰਡੀਆ ਵਾਂਗੂ ਤਾਂ ਸਲੋ ਮੇਰੇ ਖਿਆਲ ਜਾਂਚ ਚੱਲਣੀ ਨਹੀਂ, ਛੇਤੀ ਸੱਚ ਜਿਹੜਾ ਹੈਗਾ ਸਾਹਮਣੇ ਆ ਜਾਊਗਾ। ਲੇਕਿਨ ਜਿਹੜਾ ਕੈਨੇਡਾ ਦੇ ਵਿੱਚ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਇਸ ਤਰ੍ਹਾਂ ਦਾ ਵਾਪਰ ਰਿਹਾ, ਔਰ ਖਾਸ ਕਰ ਸਿੱਖ ਕੌਮ ਦੇ ਨਾਲ ਸੰਬੰਧਿਤ ਬੰਦਿਆਂ ਨਾਲ ਇਸ ਤਰ੍ਹਾਂ ਦਾ ਵਾਪਰਦਾ। ਪਹਿਲਾਂ ਵੀ ਦੇਖਿਆ ਤੁਸੀਂ ਤੇ ਕੁਛ ਨਸ਼ਾ ਸਮਗਲਿੰਗ ਦੇ ਕੇਸ 'ਚ ਕੋਈ ਗੋਲੀਬਾਰੀ, ਕੋਈ ਇੱਦਾਂ ਦੇ ਗੈਂਗ ਵਾਰ ਕਹਿ ਲਓ, ਉੱਥੇ ਆਪਸ ਵਿੱਚ ਲੜਾਈਆਂ ਹੁੰਦੀਆਂ ਨੇ, ਤਾਂ ਉਹਨਾਂ ਨਾਲ ਜਿਹੜਾ ਹੈਗਾ ਕਾਫੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬੀ ਭਾਈਚਾਰੇ ਨੂੰ ਕਹਿ ਲਓ, ਪੰਜਾਬ ਨੂੰ ਕਹਿ ਲਓ ਜਾਂ ਸਿੱਖ ਕੌਮ ਨੂੰ ਕਹਿ ਲਓ। ਸੋ ਇਹ ਇੱਕ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਇਸ ਤਰ੍ਹਾਂ ਦੀ ਘਟਨਾ ਜੇਕਰ ਇਹਦੇ ਪਿੱਛੇ ਸਾਜ਼ਿਸ਼ ਜੀ ਕੋਈ ਆਉਂਦੀ ਹੈ, ਬੂ ਆਉਂਦੀ ਹੈ ਜਿਹੜੀ, ਉਹ ਜੇ ਕਿਤੇ ਸੱਚੀ ਮੁੱਚੀ ਇੱਦਾਂ ਦਾ ਕੁਛ ਨਿਕਲ ਆਉਂਦਾ ਉਹਦੇ ਵਿੱਚ ਜਿਹਦੇ ਵਿੱਚ ਪੰਜਾਬ ਦਾ ਨਾਮ ਫੇਰ ਆਉਂਦਾ ਕਿਤੇ, ਤਾਂ ਮੇਰੇ ਖਿਆਲ ਇਹ ਸ਼ਰਮਨਾਕ ਕਾਰਾ ਕਿਹਾ ਜਾ ਸਕਦਾ ਹੈ ਜੀ। ਪਰਮਿੰਦਰ ਜੀ, ਸੰਗਰੂਰ ਤੋਂ ਨਵੇਂ ਬਣੇ ਐਮਪੀ ਸਿਮਰਜੀਤ ਸਿੰਘ ਮਾਨ, ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਕਿ ਜੇਕਰ ਸਹੁੰ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਦੇ ਵੱਲੋਂ ਸਹੁੰ ਐਜ਼ ਐਮਪੀ ਜਿਹੜੀ ਨਹੀਂ ਚੱਕੀ ਜਾਣੀ। ਨਹੀਂ ਦੇਖੋ, ਜੇ ਤਾਂ ਲਾ ਹੈ, ਜਿਹੜਾ ਲਾ ਭਾਰਤ ਦਾ ਹੈਗਾ, ਜੇ ਤਾਂ ਉਹਦੇ ਅਨੁਸਾਰ ਕੰਮ ਕਰਦਾ ਕੋਈ ਵੀ ਬੰਦਾ, ਮੈਂ ਇੱਥੇ ਸਿਮਰਜੀਤ ਸਿੰਘ ਮਾਨ ਤੇ ਸਰਕਾਰ ਦੋਵਾਂ ਦੀ ਗੱਲ ਕਰ ਰਿਹਾ। ਜੇ ਸਰਕਾਰ ਲਾ ਦੇ ਅਨੁਸਾਰ ਚੱਲਦੀ ਹੈ ਤੇ ਲਾ ਕਹਿੰਦਾ ਕਿ ਕੋਈ ਬੰਦਾ ਆਪਣਾ ਧਾਰਮਿਕ ਚਿੰਨ੍ਹ ਲੈ ਕੇ ਆ ਸਕਦਾ, ਠੀਕ ਹੈ, ਤਾਂ ਉਹਨੂੰ ਰੋਕਣਾ ਗੈਰ ਕਾਨੂੰਨੀ ਹੈ, ਉਹ ਰੋਕਿਆ ਨਹੀਂ ਜਾ ਸਕਦਾ। ਜੇ ਰੋਕਦੇ ਆ ਤਾਂ ਉਹ ਗਲਤ ਹੈ, ਉਹਨੂੰ ਰੋਕਣਾ ਗਲਤ ਹੈ। ਜੇ ਲਾ ਕਹਿੰਦਾ ਕਿ ਨਹੀਂ ਇੱਦਾਂ ਕੋਈ ਧਾਰਮਿਕ ਚਿੰਨ੍ਹ ਨਹੀਂ, ਫਿਰ ਸਾਰਿਆਂ 'ਤੇ ਰੋਕ ਹੋਣੀ ਚਾਹੀਦੀ ਆ। ਫਿਰ ਸਿਮਰਜੀਤ ਸਿੰਘ ਮਾਨ 'ਤੇ ਵੀ ਰੋਕ ਲੱਗੂ। ਫਿਰ ਜੇ ਉਹ ਧੱਕਾ ਕਰਦੇ ਆ ਫਿਰ ਗਲਤ ਹੈ। ਜੇ ਉਹਨਾਂ ਨੂੰ ਲਾ ਦਾ ਪਤਾ ਹੈ, ਆਪ ਪਤਾ ਹੈ, ਕਿਉਂਕਿ ਪੁਲਿਸ ਅਫਸਰ ਰਹੇ ਆ, ਅਧਿਕਾਰੀ ਰਹੇ ਆ ਵੱਡੇ, ਤਾਂ ਉਹਨਾਂ ਨੂੰ ਪਤਾ ਹੈ ਲਾ ਕੀ ਹੁੰਦਾ, ਕਾਨੂੰਨ ਕੀ ਹੁੰਦਾ। ਜੇ ਉਹ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਫਿਰ ਚੋਣ ਲੜਨ ਦਾ ਕੀ ਫਾਇਦਾ ਸੀ। ਚੋਣ ਤਾਂ ਉਸੇ ਸੰਵਿਧਾਨ ਦੀ ਲੜੀ ਜਾ ਰਹੀ ਹੈ। ਸੰਵਿਧਾਨ ਤਾਂ ਉਹੀ ਹੈ ਨਾ ਜਿਹੜਾ ਇਜਾਜ਼ਤ ਦੇ ਰਿਹਾ, ਉਹੀ ਸੰਵਿਧਾਨ ਹੈ ਜਿਹੜਾ
ਵੋਟ ਪਾਉਣ ਦਾ ਹੱਕ ਦੇ ਰਿਹਾ, ਉਹੀ ਸੰਵਿਧਾਨ ਹੈ ਜਿਹੜਾ ਚੋਣ ਲੜਨ ਦਾ ਹੱਕ ਦੇ ਰਿਹਾ। ਉਹੀ ਸੰਵਿਧਾਨ ਜੇ ਰੋਕ ਲਾਉਂਦਾ ਇਸ ਤਰ੍ਹਾਂ ਦੀ ਚੀਜ਼ ਦੇ ਉੱਤੇ, ਤਾਂ ਜੇ ਸੰਵਿਧਾਨ ਦੇ ਅਗੇਂਸਟ ਜਾਂਦੇ ਆ ਫਿਰ ਗਲਤ ਹੈ, ਫਿਰ ਲੋਕਾਂ ਨਾਲ ਧੋਖਾ ਹੈ। ਫਿਰ ਜਿਹੜੇ ਕੰਮ ਉਹਨਾਂ ਨੇ ਜਿਨ੍ਹਾਂ ਵਾਅਦਿਆਂ ਦੇ ਨਾਲ ਉਹਨਾਂ ਨੇ ਚੋਣ ਲੜੀ ਹੈ, ਜਿਨ੍ਹਾਂ ਵਾਅਦਿਆਂ ਨਾਲ ਚੋਣ ਜਿੱਤੀ ਹੈ, ਜੇ ਉਹ ਪਾਸੇ ਰੱਖ ਦਿੰਦੇ ਨੇ, ਠੀਕ ਹੈ, ਉਹ ਗਲਤ ਚੀਜ਼ ਹੈ, ਉਹ ਨਹੀਂ ਹੋਣੀ ਚਾਹੀਦੀ। ਲੋਕਾਂ ਦੀਆਂ ਆਸਾਂ ਦੇ ਉੱਤੇ ਲੋਕਾਂ ਨਾਲ ਧੋਖਾ ਹੋਊਗਾ, ਇਹ ਉਹਨਾਂ ਦੀ ਉਮੀਦਾਂ ਦੇ ਉੱਤੇ ਪਾਣੀ ਫੇਰਨ ਵਾਲੀ ਗੱਲ ਹੋਊਗੀ ਇਹ। ਪਰ ਇੱਦਾਂ ਦੇ ਬਿਆਨ ਆਈ ਜਾ ਰਹੇ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਦੇ, ਸਮਝ ਨਹੀਂ ਆ ਰਹੀ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਤੇ ਕਰਨਾ ਕੀ ਚਾਹੁੰਦੇ ਨੇ। ਫਿਲਹਾਲ ਦੀ ਘੜੀ ਇਹ ਇਸ ਤਰ੍ਹਾਂ ਦੇ ਬਿਆਨ ਪੰਜਾਬੀਆਂ ਬਾਰੇ ਪਹਿਲਾਂ ਵੀ ਇੱਦਾਂ ਦਾ ਸ਼ਬਦ ਬੋਲਿਆ। ਹੁਣ ਇੱਕ ਨਵਾਂ ਬਿਆਨ ਜਿਹੜਾ ਤੁਸੀਂ ਸ਼ਾਇਦ ਸੁਣਿਆ ਹੀ ਹੋਊਗਾ, ਹੁਣੀ ਥੋੜ੍ਹੇ ਦੇਰ ਪਹਿਲਾਂ ਟੀਵੀ 'ਚ ਚੱਲ ਵੀ ਰਿਹਾ ਸੀਗਾ, ਉਹ ਕਹਿੰਦੇ ਕਿ ਹਰਿਆਣਾ ਦੇ ਲੋਕ ਨੇ ਜਿਹੜੇ ਉਹ ਗੈਂਗਸਟਰ ਨੇ, ਉਹ ਪੰਜਾਬ ਦੇ ਲੋਕਾਂ ਨੂੰ ਮਾਰ ਰਹੇ ਨੇ। ਜਾਣੀ ਕਿ ਇੱਕ ਆਪਸੀ ਧੜੇਬੰਦੀ ਨਾ ਖੜੀ ਕੀਤੀ ਜਾਵੇ। ਸਾਰੇ ਲੋਕ ਹਰਿਆਣਾ ਦੇ ਥੋੜ੍ਹੀ ਨੇ ਜਿਹੜੇ ਸਾਰੇ ਹੀ ਇੱਦਾਂ ਦੇ ਹੁੰਦੇ ਨੇ, ਸ਼ਰਾਰਤੀ ਅਨਸਰ ਤਾਂ ਸਾਰਿਆਂ 'ਚ ਹੁੰਦੇ ਨੇ। ਮੈਂ ਮਾफ़ ਕਰਨਾ, ਆਪਾਂ ਇਹ ਗੱਲ ਕਰਦੇ ਕਿ ਸਿੱਖ ਕੌਮ ਦੇ ਵਿੱਚ ਨਹੀਂ ਸ਼ਰਾਰਤੀ ਅਨਸਰ ਪੈਦਾ ਹੋ ਸਕਦੇ। ਕੋਈ ਕਿਸੇ ਦਾ ਦਿਮਾਗ ਥੋੜ੍ਹੀ ਕਿਸੇ ਦਾ ਪੜ੍ਹਦਾ, ਨਾ ਕਿਸੇ ਦਾ ਦਿਮਾਗ ਕਾਬੂ ਕੁਝ ਕੀਤਾ ਰੱਖਿਆ ਜਾ ਸਕਦਾ। ਕੋਈ ਕਿਸੇ ਚੀਜ਼ ਦਾ ਸਹਾਰਾ ਲੈਂਦਾ, ਕੋਈ ਕਿਸੇ ਦਾ, ਲੇਕਿਨ ਸਾਰਿਆਂ ਨੂੰ ਬਦਨਾਮ ਕਰਨਾ ਮਾੜੀ ਗੱਲ ਹੁੰਦੀ ਹੈ। ਇਹ ਗੱਲ ਹੈਗੀ ਹੈ ਕਿ ਜੇ ਪੰਜਾਬ ਦੇ ਲੋਕਾਂ ਦੇ ਉੱਤੇ ਇੱਦਾਂ ਦੇ ਹਮਲੇ ਹੋ ਰਹੇ ਨੇ, ਚਾਹੇ ਸਿੱਧੂ ਮੂਸੇਵਾਲਾ ਦਾ ਮਾਮਲਾ ਸੀਗਾ, ਉਹਦੇ ਸੰਦਰਭ 'ਚ ਇਹ ਗੱਲ ਕਹੀ ਗਈ ਹੈ, ਚਾਹੇ ਕੋਈ ਹੋਰ ਮਾਮਲਾ ਸੀਗਾ, ਤਾਂ ਪੰਜਾਬ ਦੇ ਲੋਕ ਵੀ ਤਾਂ ਜਾ ਕੇ ਮਿਲੇ ਹੁੰਦੇ ਨੇ। ਰੇਕੀ ਕਰਨ ਵਾਲੇ ਨੇ, ਚਾਹੇ ਹਥਿਆਰ ਮੁਹੱਈਆ ਕਰਾਉਣ ਵਾਲੇ ਨੇ, ਚਾਹੇ ਪਨਾਹ ਦੇਣ ਵਾਲੇ ਨੇ, ਚਾਹੇ ਗਲਤ ਕੰਮ ਗੈਰ ਕਾਨੂੰਨੀ ਕੰਮ ਕਰਨ ਦੇ ਵਿੱਚ ਸਾਥ ਦੇਣ ਵਾਲੇ ਨੇ, ਕੁਝ ਵੀ ਕਰ ਰਹੇ ਨੇ, ਕਿਤੇ ਨਾ ਕਿਤੇ ਸਹਿਯੋਗ ਤਾਂ ਹੁੰਦਾ ਹੈ ਨਾ। ਤਾਂ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਸਾਰੇ ਪੰਜਾਬ ਦੇ ਲੋਕ, ਪੰਜਾਬੀ ਸਾਰੇ ਖਰਾਬ ਨੇ ਜਾਂ ਪੰਜਾਬੀ ਸਾਰੇ। ਜੇ ਹੁਣ ਕੈਨੇਡਾ ਦੇ ਵਿੱਚ ਕੋਈ ਘਟਨਾ ਵਾਪਰ ਗਈ, ਮੰਨ ਲਓ ਸਿੱਖ ਕੌਮ ਦੇ ਕਿਸੇ ਬੰਦੇ ਨੇ, ਕਿਸੇ ਸਿੱਖ ਨੇ ਜਾਂ ਕਿਸੇ ਪੰਜਾਬੀ ਨੇ ਘਟਨਾ ਨੂੰ ਅੰਜਾਮ ਦੇਤਾ, ਮੰਨ ਲਓ ਗੈਰ ਕਾਨੂੰਨੀ ਘਟਨਾ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰਿਆਂ ਨੂੰ ਬਦਨਾਮ ਕਰ ਦਿਓ ਤੁਸੀਂ, ਗੱਲ ਉਹ ਨਹੀਂ ਹੈਗੀ। ਲੇਕਿਨ ਹਾਂ ਇਹ ਹੈਗਾ ਕਿ ਕਿਤੇ ਨਾ ਕਿਤੇ ਇੱਦਾਂ ਆਪਾਂ ਕਹਿ ਲਓ ਕਿ ਮੱਥੇ ਤੇ ਕਾਲਖ ਲੱਗ ਜਾਂਦੀ ਹੈ, ਦਾਗ ਲੱਗ ਜਾਂਦਾ ਕਿਤੇ ਨਾ ਕਿਤੇ। ਪਰ ਆਪਣੇ ਵੱਲੋਂ ਇਹ ਕਹਿਣਾ ਕਿ ਹਰਿਆਣਾ ਦੇ ਲੋਕ ਇੱਦਾਂ ਦੇ ਨੇ ਜਾਂ ਹਰਿਆਣਾ ਤੋਂ ਗੈਂਗਸਟਰ ਨੇ ਜ਼ਿਆਦਾਤਰ ਇੱਦਾਂ ਦੇ ਨੇ, ਉਹ ਮੇਰੇ ਖਿਆਲ ਨਾਲ ਇੱਕ ਦੋ ਧਿਰਾਂ ਖੜੀਆਂ ਕਰਨੀਆਂ ਨੇ। ਪਹਿਲਾਂ ਹੀ ਮਸਾਂ ਤਾਂ 3 ਖੇਤੀ ਕਾਨੂੰਨਾਂ ਦੇ ਉਹਦੇ ਵਿੱਚ ਇਕੱਠੇ ਹੋਏ ਨੇ ਇਹ, ਤੇ ਸ਼ਰਾਰਤੀ ਅਨਸਰਾਂ ਨੂੰ ਗਲਤ ਕਹਿਣਾ ਗਲਤ, ਠੀਕ ਹੈ, ਉਹ ਗਲਤ ਕਹੋ, ਉਹਨਾਂ ਨੂੰ ਹੱਕ ਨਾਲ ਕਹੋ ਕਿ ਗਲਤ ਨੇ ਭਾਈ। ਕੁਝ ਲੋਕ ਨੇ ਤੁਹਾਡੇ ਹਰਿਆਣੇ ਦੇ ਨੇ ਜਿਹੜੇ ਗੈਂਗਸਟਰ ਦੇ ਵਿੱਚ ਪੈ ਗਏ, ਗੈਂਗਸਟਰ ਬਣ ਗਏ, ਗੈਂਗਵਾਰ ਕਰਦੇ ਨੇ ਤੇ ਗੈਰ ਕਾਨੂੰਨੀ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਉਹ ਪੰਜਾਬ ਦੇ ਵਿੱਚ ਵੀ ਦੇ ਰਹੇ ਨੇ। ਉਹਨਾਂ ਨਾਲ ਦੋਏ ਧਿਰਾਂ ਦੀ ਬਦਨਾਮੀ ਹੋ ਰਹੀ ਹੈ, ਪੰਜਾਬ ਦੀ ਵੀ ਹਰਿਆਣੇ ਦੀ ਵੀ, ਇਹ ਗੱਲ ਜਾਇਜ਼ ਬਣਦੀ ਹੈ। ਸੋ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਚਾਹੀਦਾ ਕਿ ਫਿਲਹਾਲ ਦੀ ਘੜੀ ਬਿਆਨਾਂ ਦੇ ਉੱਤੇ ਕਾਬੂ ਰੱਖ ਕੇ ਜਿਹੜਾ ਕੰਮ ਵਿੱਢਿਆ ਹੋਇਆ ਨਾ ਪਹਿਲਾਂ ਉਹਦੇ ਤੇ ਸ਼ੁਰੂਆਤ ਕਰਨ। ਉਹ ਸਮਾਂ ਬਹੁਤ ਥੋੜ੍ਹਾ ਹੈ, 2024 ਨੇੜੇ ਆਉਣ ਜਾ ਰਿਹਾ ਹੈ ਜੀ। ਪਰਮਿੰਦਰ ਜੀ, ਸਾਲ 2011 ਤੇ 12 ਦੇ ਕਰੀਬ ਇੱਕ ਸਕੀਮ ਚਲਾਈ ਗਈ ਸੀ ਜਿਸ ਦੇ ਵਿੱਚ ਕਿ ਸੜਕਾਂ ਦੇ ਜਿਹੜੇ ਬਰਾਬਰ ਪੇੜ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ ਸੀ ਸਰਕਾਰ ਦੇ ਵੱਲੋਂ, ਜਿਸ ਦੇ ਚੱਲਦਿਆਂ ਕਰੋੜਾਂ ਰੁਪਏ ਦੀ ਰਾਸ਼ੀ ਜਿਹੜੀ ਸੂਬਾ ਸਰਕਾਰ ਨੂੰ ਦਿੱਤੀ ਗਈ ਸੀ। ਪਰ ਉਸ ਵੇਲੇ ਜੋ ਬੂਟੇ ਉਸ ਸੜਕਾਂ ਦੇ ਲਾਗੇ ਲਗਾਏ ਗਏ ਸੀ, ਹੁਣ ਉਹਨਾਂ ਨੂੰ ਲੈ ਕੇ ਖੁਲਾਸਾ ਹੋਇਆ ਕਿ ਜਿਹੜੀ ਥਾਂ ਦੇ ਉੱਪਰ ਉਹ ਬੂਟੇ ਲਗਾਏ ਗਏ ਸੀ ਉਹ ਮਿੱਟੀ ਠੀਕ ਨਹੀਂ ਸੀ, ਜਿਸ ਕਰਕੇ ਬੂਟੇ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕੇ ਨੇ। ਦੇਖੋ, ਕੈਗ ਦੀ ਇੱਕ ਰਿਪੋਰਟ ਆਈ ਹੈ 2012-13 ਦੇ ਵਿੱਚ, ਪੰਜਾਬ ਦੇ ਇੱਕ ਜ਼ਿਲ੍ਹੇ ਦੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ। ਪੂਰੇ ਪੰਜਾਬ ਦਾ ਮਸਲਾ, ਦੇਖੋ ਜਿੱਥੇ ਖਾਣ ਨੂੰ ਮਿਲਦਾ ਨਾ ਉੱਥੇ ਵਿਭਾਗ ਤੋਂ ਲੈ ਕੇ ਮਹਿਕਮੇ ਤੋਂ ਲੈ ਕੇ ਉੱਪਰ ਮੰਤਰੀ MLA ਉੱਥੋਂ ਇਲਾਕੇ ਦੇ ਸਾਰੇ ਰਲ ਜਾਂਦੇ ਨੇ। ਜਾਣੀ ਕਿ ਸਮਝ ਨਹੀਂ ਆਉਂਦੀ ਕਿ ਇਹ ਜਦੋਂ ਚੋਣਾਂ ਲੜਦੇ ਨੇ ਤਾਂ ਪੰਜਾਬ ਬਾਰੇ ਕੀ ਬੋਲਦੇ ਨੇ, ਪੰਜਾਬ ਦੇ ਲੋਕਾਂ ਬਾਰੇ ਕੀ ਦੱਸਦੇ ਨੇ, ਤੇ ਜਦੋਂ ਕੰਮ ਕਰਨ ਦਾ, ਅਮਲ ਕਰਨ ਦਾ ਕੋਈ ਇੱਦਾਂ ਦਾ ਸਿਲਸਿਲਾ ਆਉਂਦਾ ਇਹਨਾਂ ਦੇ ਮੂਹਰੇ ਵੀ ਆਹ ਕਰਨਾ, ਹੁਣ ਕੰਮ ਕਰਨ ਦੇ ਆ ਗਿਆ, ਪੈਸਾ ਆ ਗਿਆ, ਫੰਡ ਆ ਗਿਆ, ਫਿਰ ਇਹ ਕਹਿੰਦੇ ਨੇ ਕਿ ਸਾਡੇ ਘਰਾਂ 'ਚ ਸਿੱਟ ਦਿਓ ਸਾਰੇ ਪੈਸਾ। ਤੇ ਉਹ ਕੈਗ ਦੀ ਰਿਪੋਰਟ ਨੇ ਖੁਲਾਸਾ ਕਰਿਆ ਕਿ 2012-13 ਦੇ ਵਿੱਚ ਕਰੋੜਾਂ ਰੁਪਇਆ ਆਇਆ ਸੀਗਾ। ਇੱਕ ਜ਼ਿਲ੍ਹੇ ਦੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਉਸ ਜ਼ਿਲ੍ਹੇ ਦੇ ਵਿੱਚ 9-9.5 ਕਰੋੜ ਰੁਪਇਆ ਆਇਆ ਸੀਗਾ, ਜਿਹੜਾ ਸੜਕਾਂ ਦੇ ਆਲੇ ਦੁਆਲੇ ਦਰਖਤ ਲਗਾਉਣ ਦਾ ਸੀਗਾ। ਨਾਲ ਉਹਨਾਂ ਨੇ ਕਿਹਾ ਕਿ ਕੈਗ ਦੀ ਰਿਪੋਰਟ ਵਿੱਚ ਇਹ ਕੀਤਾ ਹੋਇਆ ਮੈਂਸ਼ਨ ਕਿ ਜੇ ਵਿਭਾਗ ਨੇ ਬੂਟੇ ਤਾਂ ਲਾਏ, ਜਿੰਨੇ ਵੀ ਲਾਏ, ਇਹ ਨਹੀਂ ਕਹਿ ਸਕਦੇ ਕਿ ਸਾਰੇ ਪੈਸਿਆਂ ਦੇ ਬੂਟੇ ਲਾਏ ਆ ਜਾਂ ਕਿਵੇਂ ਆ, ਬੂਟੇ ਤਾਂ ਲਾਏ ਗਏ, ਪਰ ਨਾ ਤਾਂ ਮਿੱਟੀ ਦੀ ਪਰਖ ਕਰੀ ਗਈ, ਨਾ ਤਾਂ ਉਹਦੇ ਪੌਸ਼ਟਿਕ ਤੱਤਾਂ ਨੂੰ ਦੇਖਿਆ ਗਿਆ, ਮਿੱਟੀ ਦਿਆਂ ਨੂੰ, ਨਾ ਸੂਖਮ ਤੱਤਾਂ ਨੂੰ ਦੇਖਿਆ ਗਿਆ, ਨਾ ਖਾਰੇਪਣ ਨੂੰ ਦੇਖਿਆ ਗਿਆ, ਬਸ ਚੁੱਪ ਕਰਕੇ ਬੂਟੇ ਲਾਤੇ। ਕਿਹੜੇ ਬੂਟੇ ਨੇ ਕਿਸ ਥਾਂ ਲੱਗਣਾ ਸੀ, ਉਹ ਬੂਟੇ ਲਾ ਕੇ ਉਹ ਸੁੱਕ ਗਏ, ਕੰਮ ਖਤਮ। ਜਾਣੀ ਕਿ ਕਰੋੜਾਂ ਰੁਪਇਆ ਜਿਹੜਾ ਪੰਜਾਬ ਨੂੰ ਹਰਿਆ ਭਰਿਆ ਕਰ ਸਕਦਾ ਸੀਗਾ, ਉਹ ਮਿੱਟੀ ਹੋ ਗਿਆ।
ਹੁਣ ਬੂਟੇ ਲਾਏ, ਉਹਨਾਂ ਦੀ ਸੰਭਾਲ ਕਰੀ ਜਾਂ ਨਹੀਂ ਕਰੀ, ਉਹ ਸੁੱਕ ਗਏ। ਇਹ ਕੈਗ ਦੀ ਰਿਪੋਰਟ ਕਰੇ ਕਿ ਪੌਸ਼ਟਿਕ ਤੱਤਾਂ ਦੀ, ਜਾਣੀ ਕਿ ਮਿੱਟੀ ਦੀ ਕੋਈ ਪਰਖ ਨਹੀਂ ਕਰੀਗੀ। ਇਸ ਤਰ੍ਹਾਂ ਜਿਹੜੇ ਬੂਟੇ ਲਾਉਣ ਦਾ ਸਿਲਸਿਲਾ ਜਿਹੜਾ ਸੀਗਾ ਉਹ ਚਲਾਇਆ ਗਿਆ, ਪਰ ਉਹ ਸਾਰੇ ਹੁਣ ਕਹਿ ਲਓ ਕਿ ਸੁੱਕ ਗਏ। ਮਿੱਟੀ ਦੀ ਪਰਖ ਨਾ ਹੋਣ ਕਰਕੇ ਤੇ ਕਰੋੜਾਂ ਰੁਪਈਆ ਜਿਹੜਾ ਪੰਜਾਬ ਦਾ ਉਹ ਖਤਮ ਹੋ ਗਿਆ। ਉਹ ਇੱਦਾਂ ਦੇ ਪ੍ਰੋਜੈਕਟ ਲਿਆਂਦੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਪਤਾ ਹੁੰਦਾ ਕਿ ਆਸਾਨੀ ਨਾਲ ਹੁਣ ਜੇ ਪੌਦਾ ਲਾ ਵੀ ਦਊਗਾ ਕੋਈ, ਹੁਣ ਜੇ ਉਹ ਸੁੱਕ ਗਿਆ ਪੌਦਾ, ਅਗਲਾ ਕਿ ਇੱਥੇ ਲਾਏ ਤਾਂ ਸੀਗੇ ਜੀ ਪੌਦੇ, ਹੁਣ ਸੁੱਕ ਕੇ ਕੀ ਕਰੀਏ। ਮੌਸਮ ਦੀ ਮਾਰ ਹੋ ਗਈ, ਪੁਰਾਣਾ ਹੋ ਗਿਆ, ਟਿੰਡਾ ਹੋ ਗਿਆ, ਕਿਹੋ ਜਿਹਾ ਕਿ ਇਹ ਬੜੇ ਰਾਹ ਖੋਲ੍ਹਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਹੁੰਦੀਆਂ ਨੇ, ਇਹਨਾਂ ਦੇ ਤਾਂ ਅੱਖ ਹੁੰਦੀ ਹੈ ਇਹਨਾਂ ਦੀ, ਕੀ ਡਿਪਾਰਟਮੈਂਟਸ ਦੀ, ਕੀ ਮੰਤਰੀਆਂ ਦੀ, ਕੀ MLA ਦੀ, ਸਾਰਿਆਂ ਦੀ ਅੱਖ ਹੁੰਦੀ ਕਿ ਆ ਗਿਆ ਪੈਸਾ। ਹੁਣ ਇਹ ਤਾਂ ਕਹਿ ਦਿਓ 10 ਬੂਟੇ ਲਾ ਕੇ 50 ਲਾ ਦਿਓ, 100 ਬੂਟੇ ਲਾ ਕੇ 5000 ਕਹਿ ਦਿਓ, ਇੱਦਾਂ ਵੀ ਚਲੋ ਲਾ ਦਿਓ, ਬਸ ਕਹਿ ਦਿਓ 5000 ਲੱਗ ਗਏ, 10000 ਲੱਗ ਗਏ, 50000 ਲੱਗ ਗਏ ਤੇ ਪੈਸਾ ਖਾ ਜਾਓ। ਹੁਣ ਬੂਟੇ ਸੁੱਕੇ ਹੋਏ ਨੇ ਜਿਹੜੇ, ਉਹਨਾਂ ਨੂੰ ਲਾਏ ਹੀ ਉੱਥੇ ਹੋਣਗੇ ਜਿੱਥੇ ਪਤਾ ਕਿ ਇੱਥੇ ਮਿੱਟੀ ਨੇ ਰਹਿਣੇ ਨਹੀਂ ਦੇਣੇ, ਪੌਦੇ ਬੂਟੇ ਰਹਿਣੇ ਨਹੀਂ ਦੇਣੇ, ਖਤਮ ਕਰ ਦੇਣੇ ਆ, ਤੇ ਕਹਿ ਦਾਂਗੇ ਜੀ ਖਤਮ ਹੋ ਗਏ। ਠੀਕ ਹੈ, ਉਹ ਜਾਣੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸਾਰੇ ਇਸ ਜਿਹੜਾ ਪੈਸਾ ਆਇਆ ਸੀ ਕਿੱਥੇ ਲਾਏ ਬੂਟੇ, ਕਿਉਂ ਖਤਮ ਹੋਏ, ਕਿਉਂ ਮਿੱਟੀ ਬਣੇ ਉਹ ਬੂਟੇ, ਕਿਉਂ ਪੈਸਾ ਇੱਦਾਂ ਪੰਜਾਬ ਦਾ ਗਰਕ ਹੋਇਆ, ਉਹ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੀ। ਪਰਮਿੰਦਰ ਜੀ, ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਭਗਵੰਤ ਮਾਨ ਸਰਕਾਰ ਜਦੋਂ ਬਣੀ ਤਾਂ ਉਹਨਾਂ ਦੇ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਕਿ ਜਿਹੜੀ ਮੂੰਗੀ ਦੀ ਫਸਲ ਹੈ ਉਹਦੇ ਉੱਪਰ ਵੀ ਪੰਜਾਬ ਸਰਕਾਰ MSP ਦੇਗੀ। ਹਾਲਾਂਕਿ MSP ਨੂੰ ਲੈ ਕੇ ਵੀ ਕਿਸਾਨ ਨਿਰਾਸ਼ ਰਹੇ ਸੂਬੇ ਦੇ, ਪਰ ਹੁਣ ਕਿਸਾਨਾਂ ਦੇ ਵੱਲੋਂ ਖੁੱਲ੍ਹ ਕੇ ਇੱਕ ਜਿਹੜਾ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਮੂੰਗੀ ਦੀ ਜਿਹੜੀ ਬਜਾਈ ਆ ਉਹ ਵੀ ਸਾਨੂੰ ਰਾਸ ਨਹੀਂ ਆਈ। ਇਹਦੇ ਵਿੱਚ ਵੀ ਸੁਖਬੀਰ ਜੀ ਦੋ ਗੱਲਾਂ ਤਾਂ ਹੈਗੀਆਂ ਨੇ। ਚਲੋ, ਇੱਕ ਤਾਂ ਫਸਲੀ ਵਿਭਿੰਨਤਾ ਜਿਹੜੀ ਹੈਗੀ ਆ ਉਹਦੀ ਰੌਲਾ ਪਾਉਂਦੇ ਨੇ, ਸਾਰੀਆਂ ਸਰਕਾਰਾਂ ਪਾਉਂਦੀਆਂ ਨੇ, ਸਾਰੇ ਮੁੱਖ ਮੰਤਰੀ ਪਾ ਦਿੰਦੇ ਨੇ। ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਸੌਂਪੀ ਗਈ ਸੀ ਜ਼ਿੰਮੇਵਾਰੀ ਇਹ ਕਿ ਭਈ ਖੇਤੀ ਵਿਭਿੰਨਤਾ ਬਾਰੇ ਕੁਛ ਇੱਦਾਂ ਦਾ ਕਰੇ। ਪ੍ਰੋਜੈਕਟ ਵੀ ਆਏ, ਚਲੋ ਆਏ, ਕੁਝ ਗੰਭੀਰ ਲੋਕ ਬੁੱਧੀਜੀਵੀ ਹੋਣਗੇ ਜਿਨ੍ਹਾਂ ਨੇ ਪ੍ਰੋਜੈਕਟ ਚੱਕੇ ਵੀ ਹੋਣਗੇ, ਪਰ ਸਰਕਾਰਾਂ ਦੇ ਅੱਗੇ ਬੰਦੇ ਨਹੀਂ ਨਾ ਹਿਰਦ ਹੁੰਦੇ। ਗੱਲ ਤਾਂ ਆ ਕੇ ਸਰਕਾਰ ਤੇ ਟਿਕਦੀ ਹੈ ਕਿ ਸਰਕਾਰ ਕਰਨ ਦਿੰਦੀ ਹੈ ਜਾਂ ਨਹੀਂ ਦਿੰਦੀ। ਚਲੋ, ਐਤਕੀ ਭਗਵੰਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਅਸੀਂ MSP ਤੇ ਖਰੀਦਾਂਗੇ, ਨਾ ਤਾਂ ਉਨੀ ਖਰੀਦ ਹੋਈ ਹੈ, ਸਰਕਾਰ ਨੇ ਤਾਂ ਉਨੀ ਖਰੀਦੀ ਨਹੀਂ ਹੈਗੀ। ਚਲੋ, ਇੱਕ ਤਾਂ ਉਹ ਰੁਲ ਗਏ ਕਿਸਾਨ, ਜਿਹੜੀ ਸਰਕਾਰ ਨੇ ਕਿਹਾ ਸੀ ਅਸੀਂ ਸਾਰੀ ਮੂੰਗੀ ਖਰੀਦ ਲਾਂਗੇ, ਉਹ ਫਿਰ ਬਾਅਦ 'ਚ ਕੇਂਦਰ ਨੂੰ ਚਿੱਠੀਆਂ ਲਿਖਦੇ ਫਿਰੀ ਗਏ ਜਾਂ ਕੇਂਦਰ ਖਰੀਦੂਗੀ ਇੱਦਾਂ ਦਾ। ਚਲੋ, ਇੱਕ ਤਾਂ ਉਹ ਜਿਹੜੀ ਗਲਤਫਹਿਮੀ ਪਾਲੀ ਗਈ ਕਿਸਾਨਾਂ 'ਚ, ਉਹਨਾਂ ਨੇ ਨੁਕਸਾਨ ਕਰਾਇਆ। ਦੂਜਾ ਜਿਹੜਾ ਮੂੰਗੀ ਬੀਜੀ ਕਿਸਾਨਾਂ ਨੇ, ਬਥੇਰੇ ਨੇ, ਬਹੁਤ ਸਾਰੇ ਕਿਸਾਨਾਂ ਨੇ ਬੀਜੀ ਸੀ, ਉਹ ਕਹਿੰਦੇ ਕਿ ਸਾਨੂੰ ਹੁਣ ਇਹ ਪ੍ਰਤੀ ਏਕੜ ਜਿਹੜੇ 12,000 ਰੁਪਏ ਖਰਚ ਆਇਆ। ਪਰ ਕੀ ਹੋਇਆ ਕਿ ਹਫ਼ਤਾ ਪਹਿਲਾਂ ਤੱਕ ਮੂੰਗੀ ਠੀਕ ਸੀਗੀ, ਲੇਕਿਨ ਇੱਕ ਹਫ਼ਤਾ ਹੋ ਗਿਆ ਇਹਦੇ ਵਿੱਚ ਕੋਈ ਫੰਗਸ ਰੂਪੀ ਐਸੀ ਬਿਮਾਰੀ ਆ ਗਈ ਕਿ ਫਲੀ ਬਹੁਤ ਸੋਹਣੀ ਹੈ, ਅੰਦਰ ਦਾਣਾ ਨਹੀਂ। ਉਸ ਤੋਂ ਪਹਿਲਾਂ ਜਦੋਂ ਲਾਈ ਸੀ, ਉਸ ਤੋਂ ਪਹਿਲਾਂ ਥੋੜ੍ਹੀ ਦੇਰ ਬਾਅਦ ਕਹਿੰਦੇ ਜੂੰ ਦਾ ਹਮਲਾ ਹੋਇਆ, ਸੁੰਡੀ ਦਾ ਹੋਇਆ, ਉਹ ਸਾਰਾ ਕੁਝ ਇਹਨਾਂ ਨੇ ਆਪਣਾ ਸਪਰੇਅ ਕਰਕੇ ਖਤਮ ਕੀਤਾ, ਪੈਸਾ ਖਰਚ ਹੋਇਆ ਉਹਦੇ ਤੇ ਹੁਣ 50-50 ਏਕੜ ਜਿਹੜੀ ਹੈਗੀ ਹੈ ਲਾਈ ਹੋਈ ਬੰਦਿਆਂ ਨੇ, ਉਹ ਵਾਹ ਰਹੇ ਨੇ। 13 ਏਕੜ ਹੈ, 50 ਏਕੜ ਹੈ, 10 ਏਕੜ ਹੈ, ਇੱਦਾਂ ਦੇ ਕਿਸਾਨਾਂ ਦੇ ਨਾਮ ਆਏ ਨੇ ਸਾਹਮਣੇ ਜਿਹੜੇ ਉਹਨਾਂ ਨੇ ਮੂੰਗੀ ਵਾਹੀ ਹੈ। ਹੁਣ ਕੁਛ ਰੱਖੀ ਵੀ ਹੈਗੀ ਹੈ ਦਿਖਾਉਣ ਵਾਸਤੇ। ਖੇਤੀਬਾੜੀ ਵਿਭਾਗ ਨੂੰ ਸੂਚਿਤ ਵੀ ਕੀਤਾ ਹੈ, ਸਰਕਾਰ ਨੂੰ ਵੀ ਮੈਸੇਜ ਲਾਉਣ ਦੀ ਗੱਲ ਕੀਤੀ ਹੈ ਕਿ ਦੇਖੋ ਆਹ ਗੱਲ ਹੋ ਗਈ, ਹੁਣ ਅਸੀਂ ਕਿੱਧਰ ਜਾਈਏ। ਹੁਣ ਨਾ ਉਹ ਵਿਚਾਰੇ ਉੱਧਰ ਦੇ ਰਹੇ ਨਾ ਉੱਧਰ ਦੇ ਰਹੇ। ਜੇ ਫਸਲੀ ਵਿਭਿੰਨਤਾ ਦਾ ਹੋਕਾ ਦਿੰਦੇ ਹੋ, MSP ਦਾ ਬਿਆਨ ਦਿੰਦੇ ਹੋ, ਵਾਅਦਾ ਕਰਦੇ ਹੋ, ਤਾਂ ਸਰਕਾਰ ਬਾਂਹ ਵੀ ਫੜੇ ਆ ਕੇ। ਉਹ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜਿਹੜੀ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਕਿਹਾ ਉਹਨਾਂ ਨੇ, ਜਿਹੜੇ ਕੁਛ ਏਕੜ ਰੱਖੀ ਹੈ ਕਿ ਆਹ ਬਿਮਾਰੀ ਪਤਾ ਕਰੋ, ਫੰਗਸ ਰੂਪੀ ਬਿਮਾਰੀ ਕੀ ਹੈ ਇਹ, ਜਿਹਦੇ ਕਰਕੇ ਦਾਣਾ ਹੀ ਬੇਕਾਰ ਆ ਰਿਹਾ ਜਾਂ ਦਾਣਾ ਪੈ ਹੀ ਨਹੀਂ ਰਿਹਾ ਫਲੀ ਦੇ ਵਿੱਚ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਸਰਕਾਰ ਇਹਦਾ ਪ੍ਰਤੀ ਸੁਹਿਰਦ ਹੋਵੇ, ਬਾਂਹ ਫੜੇ, ਤਾਂ ਹੀ ਕਿਸਾਨ ਅੱਗੇ ਆਊਗਾ, ਤਾਂ ਹੀ ਸਰਕਾਰ ਦੀਆਂ ਨੀਤੀਆਂ ਦੀ ਪਾਲਣਾ ਕਰੂਗਾ, ਤਾਂ ਹੀ ਫਸਲ ਵਿਭਿੰਨਤਾ ਆਊਗੀ, ਤਾਂ ਹੀ ਪਾਣੀ ਬਚੂਗਾ। ਜਿਹੜੀ ਗੱਲ ਕਰਦੇ ਆ ਕਿ ਝੋਨੇ ਦਾ ਲੁਆਈ ਝੋਨੇ ਦੀ ਕਰਦੇ ਨੇ, ਝੋਨੇ ਦੀ ਫਸਲ ਬੀਜਦੇ ਹੋ, ਲਾਉਂਦੇ ਹੋ ਝੋਨੇ ਦੀ ਫਸਲ, ਤੇ ਉਹਦੇ ਕਰਕੇ ਪਾਣੀ ਕੱਢ ਰਹੇ ਨੇ ਕਿਸਾਨ ਪਾਣੀ ਦਾ ਲੈਵਲ ਥੱਲੇ ਲੈ ਕੇ ਜਾ ਰਹੇ ਨੇ। ਤੁਸੀਂ ਕੀ ਕਰ ਰਹੇ ਹੋ ਕਿਸਾਨਾਂ ਵਾਸਤੇ? ਹੁਣ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਜਾਂ ਉਹਨਾਂ ਦਾ ਜਾ ਕੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਕਿ ਇਹ ਕਿਸਾਨ ਦੁਬਾਰਾ ਫਿਰ ਉਤਸ਼ਾਹਿਤ ਹੋਣ, ਕਿਸੇ ਪੱਖੋਂ ਨਿਰਾਸ਼ ਨਾ ਹੋਣ ਕਿ ਮੂੰਗੀ ਬੀਜੀ ਸੀ ਤੇ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ। ਕੱਲ੍ਹ ਨੂੰ ਵੱਡੀ ਫਸਲ ਕੋਈ ਹੋਰ ਵੀ ਲੈ ਕੇ ਆ ਸਕਦੀ ਹੈ, ਸਰਕਾਰ ਕੋਈ ਹੋਰ ਪ੍ਰੋਜੈਕਟ ਲਿਆ ਸਕਦੀ ਹੈ, ਤਾਂ ਇਹ ਕਿਸਾਨ ਮੂਹਰੇ ਹੋ ਕੇ ਗੱਲ ਕਰਨਗੇ, ਜੇ ਅਸੀਂ ਮੂੰਗੀ ਬੀਜੀ, ਸਰਕਾਰ ਨੇ ਸਾਡੀ ਬਾਂਹ ਫੜੀ, ਹੁਣ ਅਸੀਂ ਸਰਕਾਰ ਦੇ ਨਾਲ ਆ, ਜੇ ਕਹੂਗੀ ਤਾਂ ਇੱਦਾਂ ਵੀ ਕਰਾਂਗੇ। ਜੀ ਪਰਮਿੰਦਰ ਜੀ, ਆਖਰੀ ਖਬਰ ਹੈ, ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਹੁਣ ਕੱਚੇ ਮੁਲਾਜ਼ਮਾਂ ਨੂੰ ਤੋਹਫਾ ਦੇਣ ਜਾ ਰਹੀ ਹੈ।
ਕਹਿੰਦੇ ਕਿ ਪਾਲਿਸੀ ਬਣਾਈ ਜਾ ਰਹੀ ਹੈ ਜਿਸ ਦੇ ਤਹਿਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੱਕੇ ਕਰਨ ਦਾ ਐਲਾਨ ਬਹੁਤ ਜਲਦ ਕਰ ਦਿੱਤਾ ਜਾਵੇਗਾ। ਦੋ ਇਹਦੇ 'ਚ ਵੀ ਗੱਲਾਂ ਹੁੰਦੀਆਂ ਨੇ ਸੁਖਬੀਰ ਜੀ। ਇੱਕ ਤਾਂ ਗੱਲ ਹੈਗੀ ਹੈ ਕਿ ਕੰਟਰੈਕਟ ਬੇਸਿਸ ਜੇ ਤੁਸੀਂ ਜਾਂ ਤਾਂ ਉਹਨਾਂ ਨਾਲ ਵਾਅਦਾ ਕੀਤਾ ਹੋਵੇ ਕਿ ਅਸੀਂ ਪੱਕੇ ਕਰ ਦਾਂਗੇ ਤੁਹਾਨੂੰ, ਫਿਰ ਤਾਂ ਚਲੋ ਗੱਲ ਬਣਦੀ ਹੈ। ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਨੇ ਆਪਣੇ ਚਹੇਤਿਆਂ ਨੂੰ ਕੰਟਰੈਕਟ ਬੇਸਿਸ ਤੇ ਲਵਾ ਦਿੰਦੇ ਨੇ ਜ਼ਿਆਦਾਤਰ, ਕਿਉਂਕਿ ਸਾਰੇ ਮੰਤਰੀਆਂ ਸੰਤਰੀਆਂ ਦੇ ਠੇਕੇਦਾਰ ਇਹਨਾਂ ਦੇ ਆਪਣੇ ਹੁੰਦੇ ਨੇ ਤੇ ਜਿਹੜੇ ਵਿਚਾਰੇ ਯੋਗ ਬੰਦੇ ਹੁੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ। ਕੰਟਰੈਕਟ ਬੇਸਿਸ ਤੇ ਤੁਸੀਂ ਜਾ ਕੇ ਦੇਖੋ, ਪਹਿਲਾਂ ਤਾਂ ਕੰਟਰੈਕਟ ਬੇਸਿਸ ਤੇ ਤੁਹਾਨੂੰ ਰੱਖਿਆ ਹੀ ਨਹੀਂ ਜਾਊਗਾ ਆਮ ਬੰਦੇ ਨੂੰ। ਲਿਸਟ ਦੇ ਵਿੱਚ ਸਾਰਿਆਂ ਤੋਂ ਉੱਪਰ ਉਹਨਾਂ ਦੇ ਚਮਚਿਆਂ ਦੇ ਲੀਡਰਾਂ ਦੇ ਚਮਚਿਆਂ ਦਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ, ਲੀਡਰਾਂ ਦੇ ਰਿਸ਼ਤੇਦਾਰਾਂ ਦਾ, ਜਾਂ ਹੋਰ ਕੋਈ ਪ੍ਰਧਾਨ ਹੈ, ਕੋਈ ਚੇਅਰਮੈਨ ਹੈ, ਕੋਈ ਉਹਨਾਂ ਦੇ ਅੱਗੇ ਬੰਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਨਾਮ ਹੁੰਦੇ ਨੇ। ਆਮ ਲੋਕਾਂ ਨੂੰ ਛੇਤੀ ਕਿਤੇ ਗੱਲ ਕਰਦਾ, ਇਹ ਨਹੀਂ ਹੁੰਦਾ ਕਿ ਸਾਰੇ ਉਹ ਨੇ, ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਜਾ ਕੇ ਕੰਟਰੈਕਟ ਬੇਸਿਸ ਤੇ ਜਾ ਕੇ ਭਰਤੀ ਹੁੰਦੇ ਨੇ। ਨਹੀਂ ਤਾਂ ਸਾਰੇ ਚੇਲੇ ਚਾਟੜਿਆਂ ਦੇ ਰਿਸ਼ਤੇਦਾਰ ਅੱਗੇ ਉਹਨਾਂ ਦੇ ਬੱਚੇ ਹੁੰਦੇ ਨੇ ਤੇ ਉਹਨਾਂ ਨੂੰ ਜਾ ਕੇ ਤੁਸੀਂ ਪੱਕਾ ਕਰ ਦੋਗੇ। ਯੋਗ ਵਿਦਿਆਰਥੀ ਜਿਹੜੇ ਬੰਦੇ ਨੇ ਉਹ ਵਿਚਾਰੇ ਫੇਰ ਪਿੱਛੇ ਰਹਿ ਜਾਂਦੇ ਨੇ। ਚਲੋ ਇੱਕ ਗੱਲ ਹੈ, ਪਰ ਦੂਜੀ ਗੱਲ ਇਹ ਹੈ ਕਿ ਜੇ ਕਰਦੇ ਵੀ ਨੇ ਪੱਕੇ ਤਾਂ ਮੇਰੇ ਖਿਆਲ ਨਾਲ ਜਿਹੜੇ ਹੁਣ ਨਵੇਂ ਬੰਦੇ ਆ ਰਹੇ ਨੇ, ਬੱਚੇ ਆ ਰਹੇ ਨੇ, ਨੌਜਵਾਨ ਪੀੜ੍ਹੀ ਜਿਹੜੀ ਪੜ੍ਹਾਈਆਂ ਕਰਕੇ ਅੱਗੇ ਆ ਰਹੀ ਹੈ, ਉਹਨਾਂ ਦੇ ਰਸਤੇ ਵੀ ਇੱਕ ਤਰ੍ਹਾਂ ਬੰਦ ਹੋ ਜਾਂਦੇ ਨੇ। ਹੋਣਾ ਤਾਂ ਇਹ ਚਾਹੀਦਾ ਕਿ ਜੇ ਕੰਟਰੈਕਟ ਬੇਸਿਸ ਕੋਈ ਪੋਸਟ ਹੈਗੀ ਹੈ ਤਾਂ ਲਿਖ ਕੇ ਲਿਆ ਜਾਵੇ ਕਿ ਇਹ ਕੰਟਰੈਕਟ ਬੇਸਿਸ ਹੈ, ਇਹ 2 ਸਾਲ ਲਈ ਹੈ, 4 ਸਾਲ ਲਈ ਹੈ, ਇਹਦੇ ਲਈ ਬੰਦਾ ਆਪਣੀ ਮਰਜ਼ੀ ਨਾਲ ਇਹ ਜੁਆਇਨ ਕਰ ਰਿਹਾ। ਇਹ ਕੱਲ੍ਹ ਨੂੰ ਕੋਈ ਪੱਕੇ ਹੋਣ ਦੀ ਕੋਈ ਰਿਟ ਨਹੀਂ ਪਾਊਗਾ, ਕੋਈ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਕਰੂਗਾ, ਕੋਈ ਕਿਸੇ ਤਰ੍ਹਾਂ ਦੀ ਮੰਗ ਨਹੀਂ ਕਰੂਗਾ, ਕਿ ਕਿਸੇ ਤਰ੍ਹਾਂ ਦਾ ਐਜੀਟੇਸ਼ਨ ਨਹੀਂ ਕਰੂਗਾ, ਤਾਂ ਕਿ ਜਿਹੜੇ ਲੋੜਵੰਦ ਨੇ ਸਿਰਫ ਉਹੀ ਆਉਣ ਕਿ ਚਲੋ ਜਿੰਨਾ ਕੁ ਘਰ ਚੱਲਦਾ। ਉਸ ਤੋਂ ਬਾਅਦ ਜੇ ਪੱਕੀ ਭਰਤੀ ਕਰਨੀ ਹੈ ਤਾਂ ਬਕਾਇਦਾ ਤੌਰ ਤੇ ਟੈਸਟ ਰੱਖੇ ਜਾਣ, ਕੰਪੀਟੀਸ਼ਨ ਰੱਖਿਆ ਜਾਵੇ, ਜਿਹੜਾ ਯੋਗ ਹੈ ਉਹਨੂੰ ਮੌਕਾ ਮਿਲਣਾ ਚਾਹੀਦਾ। ਇੱਦਾਂ ਦਾ ਫਿਰ ਸਾਰੇ ਹੀ ਪਹਿਲਾਂ ਅੱਗੇ ਵੀ ਇਹੀ ਹੋਊਗਾ। ਹਰ ਇੱਕ ਨੂੰ ਪਤਾ ਹੈ ਕੰਟਰੈਕਟ ਬੇਸਿਸ ਪੱਕੇ ਹੋਣ ਲੱਗ ਗਏ ਤੇ ਬੰਦਾ ਫੇਰ ਆ ਕੇ ਆਪਣੇ ਬੰਦਿਆਂ ਨੂੰ ਰੱਖੀ ਜਾਣਗੇ। ਸੋ ਉਹ ਇੱਕ ਰੁਝਾਨ ਮਾੜਾ ਤਾਂ ਹੈਗਾ, ਪਰ ਇੱਕ ਐਂ ਕਹਿ ਲਓ ਕਿ ਚਲੋ ਤੋਹਫਾ ਹੈਗਾ। ਜਿਹੜੇ ਬੰਦੇ ਲੱਗੇ ਹੋਏ ਨੇ, ਜਿਹੜੇ ਜਾਇਜ਼ ਨੇ, ਜਿਹੜੇ ਡਿਜ਼ਰਵ ਕਰਦੇ ਨੇ, ਆਪਾਂ ਕਹਿ ਲਓ ਜਿਹੜੇ ਯੋਗ ਨੇ, ਜੇ ਉਹਨਾਂ ਨੂੰ ਪੱਕੇ ਵੀ ਕਰ ਦਿਆ ਜਾਂਦਾ ਤਾਂ ਬਹੁਤ ਵੱਡਾ ਇੱਕ ਮੇਰੇ ਖਿਆਲ ਤੋਹਫਾ ਹੈ, ਕਹਿ ਲਓ ਉਹਨਾਂ ਨੂੰ ਗਿਫਟ ਹੋਊਗਾ। ਤੇ ਪਹਿਲਾਂ ਵੀ ਪੱਕੇ ਕਰਨ ਦੀ ਗੱਲ ਹੋਈ ਹੈ, ਦੂਜੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਵੀ ਗੱਲ ਕੀਤੀ ਹੈ ਕਿ ਪੱਕੇ ਕਰਾਂਗੇ, ਪਰ ਬਹੁਤ ਸਾਰੀਆਂ ਕਾਨੂੰਨੀ ਅੜਚਨਾਂ ਆ ਜਾਂਦੀਆਂ ਨੇ, ਕੋਈ ਨਾ ਕੋਈ ਰਿਟ ਪੈ ਜਾਂਦੀ ਹੈ, ਕੋਈ ਅਪੀਲ ਕਰ ਦਿੰਦਾ। ਉਹੀ ਅੜਚਨਾਂ ਜਿਹੜੀਆਂ ਹੈਗੀਆਂ ਜੇ ਇਸ ਵਾਰ ਵੀ ਨਾ ਆ ਜਾਣ ਤੇ ਜਿਹੜੇ ਯੋਗ ਹੁੰਦੇ ਨੇ ਬੰਦੇ ਉਹ ਘੱਟੋ ਘੱਟ ਪੱਕੇ ਹੋਣ ਦੀ ਆਸ ਜੇ ਉਹਨਾਂ ਨੂੰ ਵੱਜੀ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਕੋਈ ਵਾਅਦਾ ਚਲੋ ਜੇ ਪੂਰਾ ਕਰਨ ਜਾ ਰਹੇ ਹੈ ਤਾਂ ਖੁਸ਼ੀ ਦੀ ਗੱਲ ਤਾਂ ਉਹਨਾਂ 'ਚੋਂ ਹੈਗੀ ਹੈ। ਪਰ ਇੱਦਾਂ ਦੀ ਪਟੀਸ਼ਨ ਪਾ ਕੇ ਕੋਈ ਨਾ ਕੋਈ ਅੜਚਣ ਨਾ ਆਵੇ ਤੇ ਉਹਦਾ ਵੀ ਧਿਆਨ ਰੱਖਣਾ ਪਊਗਾ ਇਹਨਾਂ ਨੂੰ, ਸਰਕਾਰਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੀ ਪਾਲਿਸੀ ਬਣਾ ਕੇ ਚੱਲਣਾ ਪਊਗਾ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਜਾ ਕੇ ਜਦੋਂ ਬੰਦਾ ਚੈਲੰਜ ਕਰ ਦਿੰਦਾ ਸਟੇ ਲੈ ਕੇ ਅਗਲਾ ਦੂਜਾ ਖੜ ਜਾਂਦਾ। ਤੇ ਇੱਧਰ ਕਹਿ ਦਿੰਦੇ ਅਸੀਂ ਤਾਂ ਪੱਕੇ ਕਰਨ ਦੀ ਕਰੀ ਸੀ ਕਵਾਇਦ ਸ਼ੁਰੂ, ਪਰ ਜਾ ਕੇ ਲੋਕ ਆ ਖੜ ਗਏ ਜੀ, ਕੋਰਟ ਨੇ ਸਟੇ ਕਰ ਰੱਖਿਆ ਸੀ, ਕੀ ਕਰੀਏ, ਇੱਕ ਬਹਾਨਾ ਵੀ ਨਾ ਮਿਲੇ ਜੀ। ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਧੰਨਵਾਦ ਸੁਖਬੀਰ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ, ਜਿਨ੍ਹਾਂ ਨਾਲ ਅਸੀਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।